ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸਵਾਰੀ ਸਤ ਸੰਗਤ ਜੀਓ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਾਵਨ ਜੋ ਉਪਦੇਸ਼ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਮਝਣਾ ਹੈ, ਜਿੱਥੇ ਚੇਤ ਮਹੀਨੇ ਦੀ ਆਰੰਭਤਾ ਨੂੰ ਮੁੱਖ ਰੱਖਦੇ ਹੋਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਮਹੀਨੇ ਦੇ ਸਿਰਲੇਖ ਦੇ ਹੇਠ ਉਪਦੇਸ਼ ਬਖਸ਼ਿਆ ਹੈ। ਉੱਥੇ ਹੀ 12 ਮਹਾਬਾਣੀ ਦੀ ਆਰੰਭਤਾ ਹੁੰਦੀ ਹੈ। ਮਹੀਨੇ ਦੇ ਆਰੰਭਤਾ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਨੇ ਇੱਕ ਵਿਸ਼ੇਸ਼ ਪੌੜੀ ਇਸ ਬਾਣੀ ਦੀ ਆਰੰਭਤਾ ਦੇ ਵਿੱਚ ਔਰ ਇੱਕ ਵਿਸ਼ੇਸ਼ ਪੌੜੀ ਬਾਣੀ ਦੀ ਸਮਾਪਤੀ ਦੇ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਔਰ ਸਤਿਗੁਰੂ ਇਸ ਗੱਲ ਨੂੰ ਕਹਿੰਦੇ ਨੇ, ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ, ਕਿ ਚੇਤ ਦੇ ਮਹੀਨੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਆਰਾਧਨ ਕੀਤਾ ਜਾਵੇ ਤੇ ਜ਼ਿੰਦਗੀ ਦੇ ਵਿੱਚ ਆਨੰਦ ਆਉਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਵੀ ਨਾਲ ਬੋਲਿਆ ਹੈ ਕਿ ਜਿਵੇਂ ਇੱਥੇ ਇਹ ਬਾਣੀ ਦੀ ਆਰੰਭਤਾ ਹੁੰਦੀ ਹੈ, ਉੱਥੇ ਨਾਨਕ ਸ਼ਾਹੀ ਸਾਲ ਦੀ ਆਰੰਭਤਾ ਵੀ ਹੁੰਦੀ ਹੈ। 554 ਸੰਮਤ ਨਾਨਕ ਸ਼ਾਹੀ ਇਹ ਜੋ ਸਾਲ ਹੈ ਉਹਦੀ ਆਰੰਭਤਾ ਹੋ ਰਹੀ ਹੈ। ਤੇ ਇਸ ਕਰਕੇ ਅਸੀਂ ਇਹਨਾਂ ਦਿਨਾਂ ਨੂੰ ਜਿੱਥੇ ਮਨਾਉਂਦੇ ਹਾਂ, ਸਾਡਾ ਇਹ ਸਾਲ ਅੱਜ ਤੋਂ ਸ਼ੁਰੂ ਹੁੰਦਾ ਹੈ। ਧਾਰਮਿਕ ਤੌਰ ਦੇ ਉੱਤੇ, ਕੌਮੀਅਤ ਦੇ ਤੌਰ ਦੇ ਉੱਤੇ ਸਾਡੇ ਨਵੇਂ ਸਾਲ ਦੀ ਆਰੰਭਤਾ ਅੱਜ ਦੇ ਦਿਨ ਤੋਂ ਹੋ ਰਹੀ ਹੈ। ਸੋ ਆਪਣਾ ਸਾਲ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਦੇ ਨਾਲ ਸ਼ੁਰੂ ਕਰੀਏ ਤੇ ਸੱਚੇ ਪਾਤਸ਼ਾਹ ਇਸ ਚੇਤ ਮਹੀਨੇ ਦੀ ਆਰੰਭਤਾ ਤੋਂ ਪਹਿਲਾਂ ਇੱਕ ਪੌੜੀ ਜਿਹੜੀ ਬੋਲੀ ਹੈ, ਜੋ ਮਹਾਰਾਜ ਨੇ ਉਚਾਰਨ ਕੀਤੀ ਹੈ, ਉਸ ਨੂੰ ਵੀ ਅਸੀਂ ਸਮਝਣਾ ਹੈ। ਹਜ਼ੂਰ ਕਹਿੰਦੇ ਨੇ 12 ਮਾਹ ਭਾਵ ਕਿ 12 ਮਹੀਨਿਆਂ ਦੇ ਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਬਾਣੀ ਉਚਾਰਨ ਕੀਤੀ ਹੋਈ ਹੈ। ਮਾਝ ਰਾਗ ਦਾ ਨਾਮ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੂਜਾ ਰਾਗ ਹੈ। ਮਹੱਲਾ ਪੰਜਵਾਂ, ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਘਰ ਚੌਥਾ, ਚੌਥੇ ਘਰ ਦੇ ਵਿੱਚ ਇਸ ਨੂੰ ਗਾਉਣ ਦਾ ਉਪਦੇਸ਼ ਹੈ। ਇੱਕ 12 ਮਾਹ ਤੁਖਾਰੀ, ਜਿਹੜਾ ਤੁਖਾਰੀ ਰਾਗ ਦੇ ਵਿੱਚ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਿਆ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ, ਇੱਕ ਰਸ ਵਿਆਪਕ ਹੈ। ਮਹਾਰਾਜ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਵਾਹਿਗੁਰੂ ਤੇਰੇ ਅੱਗੇ ਅਰਦਾਸ ਹੈ, ਮਨੁੱਖਾ ਜੀਵਨ ਦੇ ਵਿੱਚ ਅਸੀਂ ਆਏ ਹਾਂ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਤੁਸੀਂ ਸਾਨੂੰ ਉਪਦੇਸ਼ ਕੀਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਅਸੀਂ ਅਸਲ ਦੇ ਵਿੱਚ ਜਿਹੋ ਜਿਹੇ ਕੰਮ ਕਰਦੇ ਹਾਂ ਉਹ ਜਿਹਾ ਸਾਡਾ ਸੁਭਾਅ ਬਣਦਾ ਰਹਿੰਦਾ ਹੈ। ਜਦੋਂ ਸਾਡਾ ਸੁਭਾਅ ਬਣ ਜਾਂਦਾ ਹੈ, ਫਿਰ ਆਪਣੇ ਆਪ ਹੀ ਉਹ ਸੁਭਾਅ ਸਾਨੂੰ ਤੋਰਦਾ ਰਹਿੰਦਾ ਹੈ। ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀਂ ਅੰਤ ਹਰੇ। ਪਹਿਲਾਂ ਅਸੀਂ ਕੰਮ ਕਰਦੇ ਹਾਂ, ਸਾਡਾ ਸੁਭਾਅ ਬਣਦਾ ਹੈ, ਉਹ ਸੁਭਾਅ ਫਿਰ ਸਾਨੂੰ ਆਪਣੇ ਆਪ ਹੀ ਤੋਰੀ ਫਿਰਦਾ ਹੈ। ਸੱਚੇ ਪਾਤਸ਼ਾਹ ਸਾਡਾ ਸੁਭਾਅ ਹੀ ਇੱਦਾਂ ਦਾ ਹੋ ਗਿਆ ਹੈ ਕਿ ਅਸੀਂ ਤੇਰੇ ਨਾਲੋਂ ਵਿਛੜ ਗਏ ਹਾਂ। ਸਾਡੇ ਕੰਮ ਵੀ ਤੇਰੇ ਨਾਲੋਂ ਵਿਛੋੜੇ ਵਾਲੇ, ਸਾਡਾ ਸੁਭਾਅ ਵੀ ਤੇਰੇ ਨਾਲੋਂ ਵਿਛੋੜੇ ਵਾਲਾ ਬਣ ਗਿਆ ਹੈ। ਜਿਹਨੂੰ ਬਾਬਾ ਰਵਿਦਾਸ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇੱਕ ਨਹੀਂ ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮਾਂ ਦਾ ਵਿਛੋੜਾ ਤੇਰੇ ਨਾਲੋਂ ਪੈ ਚੁੱਕਾ ਹੈ। ਭਾਵ ਕਿ ਇਸ ਦੀ ਗਿਣਤੀ ਹੀ ਨਹੀਂ ਕਿ ਤੇਰੇ ਨਾਲੋਂ ਕਿੰਨੇ ਦੂਰ ਹੋ ਚੁੱਕੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਵਾਹਿਗੁਰੂ ਕਿਰਪਾ ਕਰੋ, ਇਸ ਸਮੇਂ ਦੇ ਵਿੱਚ ਸਾਨੂੰ ਆਪਣੇ ਨਾਲ ਮੇਲ ਲਓ। ਬਾਬਾ ਰਵਿਦਾਸ ਵੀ ਕਹਿੰਦੇ ਨੇ, ਇਹ ਜਨਮ ਤੁਮਾਰੇ ਲੇਖੇ, ਇਹ ਵਾਹਿਗੁਰੂ ਇਹ ਸਮਾਂ ਤੇਰੇ ਲੇਖੇ ਦੇ ਵਿੱਚ ਲੱਗ ਜਾਵੇ, ਤੇਰੇ ਚਰਨਾਂ ਦੇ ਨਾਲ ਜੁੜਦਿਆਂ ਲੱਗ ਜਾਵੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ, ਇਹ ਵਾਹਿਗੁਰੂ ਆਪਣੇ ਕੀਤੇ ਹੋਏ ਕੰਮਾਂ ਦੇ ਸੁਭਾਅ ਦੇ ਕਰਕੇ ਜਿਹੋ ਜਿਹਾ ਸਾਡਾ ਨੇਚਰ ਬਣ ਚੁੱਕਾ ਹੈ, ਸਾਡੀ ਆਦਤ ਬਣ ਚੁੱਕੀ ਹੈ, ਅਸੀਂ ਤੇਰੇ ਨਾਲੋਂ ਵਿਛੜ ਗਏ ਹਾਂ। ਸਾਨੂੰ ਕਿਰਪਾ ਕਰੋ ਤੇ ਆਪਣੇ ਨਾਲ ਮਿਲਾਵੋ। 4 ਕੁੰਟ 10 ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। 4 ਕੁੰਟ ਦਾ ਭਾਵ ਹੁੰਦਾ ਹੈ ਚਾਰੇ ਪਾਸੇ, 10 ਦਿਸ 4 ਦਿਸ਼ਾਵਾਂ ਦੇ ਵਿਚਲੀਆਂ ਹੋਰ 4 ਦਿਸ਼ਾਵਾਂ, ਜ਼ਮੀਨ ਵਾਲਾ ਪਾਸਾ, ਆਕਾਸ਼ ਵਾਲਾ ਪਾਸਾ, ਇਹ 10 ਦਿਸ਼ਾਵਾਂ ਬਣਦੀਆਂ ਨੇ। ਸੱਚੇ ਪਾਤਸ਼ਾਹ ਹਰ ਥਾਂ ਦੇ ਉੱਤੇ ਤੇਰੇ ਸ਼ਰਨ ਦੇ ਵਿੱਚ ਆਉਣ ਤੋਂ ਬਿਨਾਂ ਅਸੀਂ ਭਟਕੇ ਹਾਂ, ਘੁੰਮਦੇ ਫਿਰਦੇ ਰਹੇ ਹਾਂ। ਥੱਕ ਆਏ ਪ੍ਰਭ ਕੀ ਸਾਮ, ਪਰ ਹੁਣ ਅਸੀਂ ਥੱਕ ਗਏ ਹਾਂ। ਹੁਣ ਸਾਡਾ ਹੋਰ ਭਟਕਣ ਦਾ ਇਰਾਦਾ ਨਹੀਂ।
ਕਿੰਨੀਆਂ ਥਾਵਾਂ ਦੇ ਵਿੱਚੋਂ, ਜੂਨਾਂ ਦੇ ਵਿੱਚੋਂ ਭਟਕ ਕੇ ਅਸੀਂ ਆ ਗਏ ਹਾਂ। ਹੁਣ ਥੱਕ ਕੇ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਤੇ ਜਿਵੇਂ ਥੱਕੇ ਬੰਦੇ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ, ਉਹ ਚਾਹੁੰਦਾ ਹੈ ਕਿ ਮੈਂ ਹੋਰ ਨਾ ਭਟਕਾਂ। ਸੱਚੇ ਪਾਤਸ਼ਾਹ ਆਪਣੇ ਨਾਲ ਮਿਲਾ ਲਵੋ, ਅਸੀਂ ਹੋਰ ਨਾ ਭਟਕੀਏ, ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਆ ਗਈ ਹੈ, ਧੇਨ ਦੁੱਧੈ ਤੇ ਬਾਹਰੀ। ਜਿਹੜੀ ਗਾਂ ਦੁੱਧ ਨਾ ਦਿੰਦੀ ਹੋਵੇ, ਕਿਤੇ ਨਾ ਆਵੇ ਕਾਮ, ਉਹ ਕਿਸੇ ਕੰਮ ਨਹੀਂ ਆਉਂਦੀ ਹੈ। ਜਲ ਬਿਨ ਸ਼ਾਖ ਕੁਮਲਾਵਤੀ, ਜੇਕਰ ਕਿਸੇ ਸ਼ਾਖਾ ਨੂੰ, ਟਾਹਣੀ ਨੂੰ ਜਲ ਨਾ ਮਿਲੇ, ਪਾਣੀ ਨਾ ਮਿਲੇ, ਤੇ ਉਹ ਕੁਮਲਾਉਂਦੀ ਹੈ ਨਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਫਿਰ ਜੇਕਰ ਜਿਹੜੀ ਸ਼ਾਖ ਕੁਮਲਾ ਹੀ ਗਈ ਹੈ, ਉਹਦਾ ਮੁੱਲ ਸਾਨੂੰ ਕੀ ਮਿਲੇਗਾ? ਉਪਜੈ ਨਾ ਹੀ ਦਾਮ, ਉਹਦਾ ਕੋਈ ਸਾਨੂੰ ਮੁੱਲ ਨਹੀਂ ਮਿਲਦਾ ਹੈ। ਇੱਦਾਂ ਸੱਚੇ ਪਾਤਸ਼ਾਹ ਤੇਰੇ ਨਾਲੋਂ ਟੁੱਟ ਕੇ ਸਾਡਾ ਜੀਵਨ ਬੇਕਾਰ ਹੋ ਰਿਹਾ ਹੈ। ਇਸ ਜੀਵਨ ਦਾ ਕੋਈ ਮੁੱਲ ਨਹੀਂ ਹੈ, ਕੌਡੀ ਦੇ ਬਦਲੇ ਇਹ ਜਾ ਰਿਹਾ ਹੈ। ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਜੇਕਰ ਸਾਨੂੰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਹੀ ਨਹੀਂ ਮਿਲਦਾ ਹੈ, ਜਿਹੜਾ ਸਾਡੀ ਜ਼ਿੰਦਗੀ ਨੂੰ ਆਸਰਾ ਦੇਣ ਵਾਲਾ ਹੈ, ਆਧਾਰ ਦੇਣ ਵਾਲਾ ਹੈ, ਜਦੋਂ ਤੱਕ ਉਹ ਨਹੀਂ ਮਿਲਦਾ ਹੈ ਤੇ ਫਿਰ ਜ਼ਿੰਦਗੀ ਨੂੰ ਸਾਡੇ ਨੂੰ ਵਿਸ਼ਰਾਮ ਕਿੱਦਾਂ ਮਿਲੇ, ਟਿਕਾਣਾ ਕਿੱਦਾਂ ਮਿਲੇ? ਇਸ ਕਰਕੇ ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ, ਜਿਸ ਬੰਦੇ ਨੂੰ ਰੱਬ ਦੇ ਬਾਰੇ ਸੋਝੀ ਨਹੀਂ ਆਉਂਦੀ, ਸੱਚੇ ਪਾਤਸ਼ਾਹ ਕਹਿੰਦੇ ਭੱਠ ਨਗਰ ਸੇ ਗ੍ਰਾਮ, ਉਹਨੂੰ ਤੇ ਭਾਵੇਂ ਕਿੰਨੇ ਵੀ ਕਮਾਲ ਦੇ ਵਸ ਦੇ ਸ਼ਹਿਰ ਹੋਣ, ਪਰ ਅਸਲ ਦੇ ਵਿੱਚ ਉਹਦੇ ਲਈ ਕੀ ਹੈ? ਉਹ ਇੱਦਾਂ ਹੈ ਜਿੱਦਾਂ ਭੱਠੀਆਂ ਤਪਦੀਆਂ ਪਈਆਂ ਹੋਣ। ਜਿਸ ਦੇ ਘਰ ਦੇ ਵਿੱਚ ਕੋਈ ਖੁਸ਼ੀ ਨਾ ਹੋਵੇ ਤੇ ਕੋਈ ਦੁੱਖ ਉਹਨੂੰ ਆ ਕੇ ਵਿਆਪਿਆ ਹੋਵੇ, ਲਾਗੇ ਚੱਲਦੀ ਹੋਈ ਖੁਸ਼ੀ ਵੀ ਉਹਦੇ ਲਈ ਇੰਝ ਫੀਲ ਹੁੰਦੀ ਹੈ ਕਿ ਜਿੱਦਾਂ ਉਹ ਖੁਸ਼ੀ ਉਹਨੂੰ ਹੋਰ ਦੁੱਖ ਦੇ ਰਹੀ ਹੁੰਦੀ ਹੈ। ਇਸ ਕਰਕੇ ਇਹ ਵਾਹਿਗੁਰੂ ਤੇਰੇ ਨਾਲੋਂ ਜਦੋਂ ਦੇ ਵਿਛੜੇ ਹਾਂ, ਵੇਖਣ ਨੂੰ ਅਸੀਂ ਬੜਿਆਂ ਸੋਹਣਿਆਂ ਸ਼ਹਿਰਾਂ ਦੇ ਵਿੱਚ, ਬੜੀਆਂ ਸੋਹਣੀਆਂ ਥਾਵਾਂ ਦੇ ਉੱਤੇ ਰਹਿੰਦੇ ਹਾਂ, ਪਰ ਅਸਲ ਦੇ ਵਿੱਚ ਇਹ ਇੱਦਾਂ ਹੈ ਜਿੱਦਾਂ ਇਹ ਸ਼ਹਿਰ ਹੀ ਸਾਨੂੰ ਤਪਾ ਰਹੇ ਹੋਣ, ਸਾਡੇ ਦਿਨ ਰਾਤ ਸਾਨੂੰ ਫਸਾਉਣ ਦਾ ਕੰਮ ਕਰਦੇ ਪਏ ਨੇ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਇਹੀ ਸਾਡੇ ਲਈ ਫਾਹੀ ਦਾ ਕਾਰਨ ਬਣੀ ਜਾਂਦੇ ਨੇ। ਹਜ਼ੂਰ ਕਹਿੰਦੇ ਨੇ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਖਾਮ ਦਾ ਮਤਲਬ ਹੁੰਦਾ ਹੈ ਕੱਚਾ। ਜਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ, ਜਿਸ ਤਰ੍ਹਾਂ ਕਿਸੇ ਜੀਵ ਇਸਤਰੀ ਨੇ ਆਪਣੇ ਪਤੀ ਦੇ ਆਉਣ ਦੀ ਤਿਆਰੀ ਕੀਤੀ ਹੋਵੇ, ਪਰ ਪਤੀ ਨਾ ਆਵੇ ਤੇ ਉਹਦਾ ਕੀਤਾ ਹੋਇਆ ਸ਼ਿੰਗਾਰ ਸਮੇਂ ਦੇ ਵਿੱਚ ਉਹ ਬੇਕਾਰ ਲੱਗਣ ਲੱਗ ਪੈਂਦਾ ਹੈ। ਇਹ ਵਾਹਿਗੁਰੂ ਜਿੰਨੇ ਵੀ ਅਸੀਂ ਆਪਣੇ ਵੱਲੋਂ ਕਰਮਕਾਂਡ, ਧਾਰਮਿਕ ਅਡੰਬਰ, ਹੋਰ ਕੁਝ ਕਰਦੇ ਫਿਰਦੇ ਹਾਂ, ਤੇਰੇ ਨਾਂ ਦੇ ਉੱਤੇ ਲੋਕ ਲਾਜ ਦੀ ਖਾਤਰ, ਲੋਕਾਂ ਨੂੰ ਰਿਝਾਉਣ ਦੀ ਖਾਤਰ ਕਰਦੇ ਰਹਿੰਦੇ ਹਾਂ। ਇਹ ਇੱਦਾਂ ਹੈ ਸੱਚੇ ਪਾਤਸ਼ਾਹ, ਸਰਬ ਸ਼ਿੰਗਾਰ ਤੰਬੋਲ ਰਸ, ਜਿੱਦਾਂ ਸੁੰਦਰਤਾ ਕਿਸੇ ਔਰਤ ਨੇ ਆਪਣੇ ਸਰੀਰ ਦੇ ਉੱਤੇ ਲਾਈ ਕਿ ਪਤੀ ਜ਼ਿੰਦਗੀ ਦੇ ਵਿੱਚ ਆਵੇ, ਪਰ ਉਹ ਨਹੀਂ ਆਇਆ। ਸਣ ਦੇਹੀ ਸਭ ਖਾਮ, ਤੇ ਸਾਡੀ ਦੇਹੀ ਵੀ ਇੱਦਾਂ ਹੀ ਕੱਚੀ ਰਹਿ ਜਾਂਦੀ ਹੈ। ਸਾਡੇ ਕੀਤੇ ਹੋਏ ਕਰਮ ਕਾਂਡ ਅਡੰਬਰ ਉਹ ਸਾਰੇ ਬੇਕਾਰ ਚਲੇ ਜਾਂਦੇ ਨੇ। ਪ੍ਰਭ ਸੁਆਮੀ ਕੰਤ ਵੀ ਹੋਣੀ ਆ, ਮੀਤ ਸੱਜਣ ਸਭ ਜਾਮ। ਵਾਹਿਗੁਰੂ ਸੁਆਮੀ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਹੁੰਦਾ, ਜਿੰਨੇ ਸਾਡੇ ਮਿੱਤਰ ਨੇ ਸਾਨੂੰ ਉਹ ਵੀ ਜੰਮ ਹੋ ਕੇ ਟੱਕਰਦੇ ਨੇ। ਭਾਵ ਕਿ ਮਿੱਤਰ ਵੀ ਇੰਝ ਲੱਗਦਾ ਹੈ ਕਿ ਜਿੱਦਾਂ ਵੈਰੀ ਹੋ ਜਾਂਦੇ ਨੇ। ਹਾਲਾਂਕਿ ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਉੱਥੇ ਮਹਾਰਾਜ ਕਹਿੰਦੇ ਇਹ ਵੈਰੀ ਮਿੱਤਰ ਸਭ ਕੀਤੇ ਆ, ਨਹਿ ਮੰਗੈ ਮੰਦਾ, ਵੀ ਤੂੰ ਵੈਰੀਆਂ ਨੂੰ ਵੀ ਮੇਰੇ ਮਿੱਤਰ ਬਣਾ ਦਿੱਤਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੱਕ ਤੂੰ ਪ੍ਰਗਟ ਨਹੀਂ ਹੁੰਦਾ, ਮਿੱਤਰ ਵੀ ਵੈਰੀ ਲੱਗਦੇ ਨੇ। ਇਸ ਕਰਕੇ ਹਜ਼ੂਰ ਅੱਗੇ ਕਹਿੰਦੇ ਨੇ, ਨਾਨਕ ਕੀ ਬੇਨੰਤੀ ਆ, ਇਹ ਵਾਹਿਗੁਰੂ ਤੇਰੇ ਅੱਗੇ ਸਾਡੀ ਬੇਨਤੀ ਹੈ, ਕਰ ਕਿਰਪਾ ਦੀਜੈ ਨਾਮ। ਕਿਰਪਾ ਕਰੋ ਤੇ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ੋ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਸਾਨੂੰ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ। ਕਿਉਂਕਿ ਤੁਹਾਡਾ ਜਿਹੜਾ ਘਰ ਹੈ ਨਾ, ਉਹ ਨਿਹਚਲ ਹੈ, ਅਚਲ ਹੈ, ਅਡੋਲ ਹੈ। ਇਸ ਕਰਕੇ ਮਹਾਰਾਜ ਨੇ ਫਿਰ ਅੱਗੇ ਜੋ ਅੱਜ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ, ਉਹਦਾ ਉਪਦੇਸ਼ ਸਾਨੂੰ ਬਖਸ਼ਿਆ ਹੈ। ਹਜ਼ੂਰ ਕਹਿੰਦੇ ਫਿਰ ਕਰਨਾ ਕੀ ਚਾਹੀਦਾ ਹੈ ਜੇ ਉਹਦੇ ਮਲ ਨੂੰ ਸਫਰ ਕਰਨਾ ਹੈ, ਜੇ ਉਸ ਵਿਛੋੜੇ ਨੂੰ ਖਤਮ ਕਰਨਾ ਹੈ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਚੇਤ ਦੇ ਮਹੀਨੇ ਦੇ ਵਿੱਚ ਗੋਬਿੰਦ ਦਾ ਆਰਾਧਨ, ਵਾਹਿਗੁਰੂ ਦਾ ਆਰਾਧਨ ਕਰੀਏ, ਜ਼ਿੰਦਗੀ ਦੇ ਵਿੱਚ ਘਣਾ ਆਨੰਦ, ਬਹੁਤ ਆਨੰਦ ਆਉਂਦਾ ਹੈ। ਸੰਤ ਜਨਾ ਮਿਲ ਪਾਈਆ ਰਸਨਾ ਨਾਮ ਪਣ। ਪਰ ਇਹ ਆਰਾਧਨਾ ਸਿੱਖਿਆ ਕਿੱਥੋਂ ਜਾਵੇ? ਮੈਂ ਕਹਿ ਦੇਵਾਂ ਜੀ ਆਰਾਧਨਾ ਚਾਹੀਦਾ ਹੈ, ਪਰ ਆਰਾਧਿਆ ਕਿਵੇਂ ਜਾਵੇ, ਇਹ ਆਦਤ ਕਿਵੇਂ ਪਵੇ? ਗੁਰੂ ਸਾਹਿਬ ਕਹਿੰਦੇ ਨੇ ਸੰਤ ਜਨਾ ਮਿਲ ਪਾਈਐ, ਰੱਬ ਦੇ ਪਿਆਰਿਆਂ ਨੂੰ ਮਿਲ ਕੇ ਇਹ ਦਾਤ ਪ੍ਰਾਪਤ ਕੀਤੀ ਜਾਂਦੀ ਹੈ ਕਿ ਜ਼ੁਬਾਨ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਪਾ ਲਿਆ ਹੈ ਇਸ ਜ਼ਿੰਦਗੀ ਦੇ ਵਿੱਚ ਆ ਕੇ,
ਆਏ ਤਿਸ ਹੈ ਗਣਾ, ਉਹਨਾਂ ਦਾ ਆਉਣਾ ਇਸ ਦੁਨੀਆ ਦੇ ਵਿੱਚ ਸਫਲ ਹੈ। ਇੱਕ ਖਿੰਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਇੱਕ ਪਲ ਦੇ ਲਈ ਵੀ ਜਿਹੜੀ ਜ਼ਿੰਦਗੀ ਜਦੋਂ ਉਹਦੀ ਯਾਦ ਤੋਂ ਬਿਨਾਂ ਬੀਤਦੀ ਹੈ, ਹਜ਼ੂਰ ਕਹਿੰਦੇ ਇਹ ਜਿਉਣਾ ਬਿਅਰਥ ਹੈ, ਕਿਸੇ ਕੰਮ ਦੇ ਵਿੱਚ ਨਹੀਂ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਉਹ ਵਾਹਿਗੁਰੂ ਜਿਹੜਾ ਜਲ ਦੇ ਵਿੱਚ, ਜ਼ਮੀਨ ਦੇ ਉੱਤੇ, ਧਰਤੀ ਦੇ ਤਲ ਦੇ ਉੱਤੇ, ਭਾਵ ਕਿ ਹਰ ਥਾਂ ਦੇ ਉੱਤੇ ਭਰੀਪੂਰ ਹੈ। ਰਵਿਆ ਵਿੱਚ ਵਣਾ, ਜੰਗਲਾਂ ਬੇਲਿਆਂ ਦੇ ਵਿੱਚ ਵੀ ਜਿਹੜਾ ਮਾਲਕ ਰਮਿਆ ਹੋਇਆ ਹੈ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਐ ਵਾਹਿਗੁਰੂ, ਮੈਂ ਇਹੋ ਜਿਹੇ ਦੁੱਖ ਨੂੰ ਕਿੱਥੇ ਗਿਣ ਸਕਦਾ ਹਾਂ, ਭਾਵ ਕਿ ਇੰਨਾ ਬੇਅੰਤ ਦੁੱਖ, ਬੇਸ਼ੁਮਾਰ ਦੁੱਖ ਗਿਣਤੀ ਦੇ ਵਿੱਚ ਮੈਨੂੰ ਲੱਗਾ ਹੋਇਆ ਹੈ। ਜਦੋਂ ਉਹ ਵਾਹਿਗੁਰੂ ਚੇਤੇ ਦੇ ਵਿੱਚ ਨਹੀਂ ਆਉਂਦਾ ਤੇ ਇਹ ਚੰਗੀਆਂ ਚੀਜ਼ਾਂ ਵੀ ਦੁੱਖ ਹੋ ਟੁਕਦੀਆਂ ਨੇ। ਜਿੰਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ, ਇਸ ਮਨੁੱਖਾ ਜੀਵਨ ਦੇ ਵਿੱਚ ਆਪਣਾ ਵਿਛੋੜਾ ਖਤਮ ਕਰ ਲਿਆ ਹੈ, ਮਾਲਕ ਨੂੰ ਜਿਨ੍ਹਾਂ ਨੇ ਮਾਣ ਲਿਆ ਹੈ, ਭਾਵ ਕਿ ਜਿਨ੍ਹਾਂ ਦਾ ਮਿਲਾਪ ਹੋ ਗਿਆ ਹੈ ਮਾਲਕ ਦੇ ਨਾਲ, ਤਿੰਨਾ ਭਾਗ ਮਣਾ। ਉਹਨਾਂ ਦੇ ਮਣਾ ਮੋਹੀ ਭਾਗ ਨੇ, ਉਹ ਨੇ ਅਸਲ ਦੇ ਵਿੱਚ ਭਾਗਾਂ ਵਾਲੇ। ਹਰ ਦਰਸ਼ਨ ਕੌਮਲ ਲੋਚਦਾ, ਨਾਨਕ ਪਿਆਸ ਮਨਾ। ਐ ਵਾਹਿਗੁਰੂ, ਮੇਰਾ ਜਿਹੜਾ ਮਨ ਹੈ ਉਹ ਹਰੀ ਦੇ ਦਰਸ਼ਨਾਂ ਨੂੰ ਲੋਚਦਾ ਹੈ, ਭਾਵ ਕਿ ਮਨ ਦੇ ਵਿੱਚ ਇੱਕ ਤਾਂਘ ਹੈ ਕਿ ਵਾਹਿਗੁਰੂ ਦੇ ਦਰਸ਼ਨ ਹੋਣ। ਮੇਰੇ ਮਨ ਦੇ ਵਿੱਚ ਉਹਦੀ ਪਿਆਸ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਚੇਤ ਦੇ ਮਹੀਨੇ ਦੇ ਵਿੱਚ, ਸਿਰਫ ਇਹ ਚੇਤ ਦਾ ਮਹੀਨਾ ਨਹੀਂ, ਪੂਰੀ ਜ਼ਿੰਦਗੀ ਰੂਪੀ ਚੇਤ ਦੇ ਮਹੀਨੇ ਦੇ ਵਿੱਚ ਜਿਹੜਾ ਵੀ ਬੰਦਾ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦਿੰਦਾ ਹੈ, ਉਸ ਸਾਧੂ ਦੇ, ਉਸ ਗੁਰੂ ਦੇ, ਸੱਚੇ ਪਾਤਸ਼ਾਹ ਕਹਿੰਦੇ ਮੈਂ ਚਰਨੀ ਲੱਗਦਾ ਹਾਂ, ਤਾਂ ਕਿ ਉਹਦੀ ਸ਼ਰਨ ਦੇ ਵਿੱਚ ਜਾ ਕੇ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾਂ। ਉਹਦੀ ਸ਼ਰਨ ਦੇ ਵਿੱਚ ਆ ਕੇ ਤੇ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਜੁੜ ਜਾਵਾਂ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਵਾਂ। ਜਿੱਥੇ ਇਹ ਉਪਦੇਸ਼ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ, ਉੱਥੇ ਅਸੀਂ ਨਵਾਂ ਸੰਮਤ, ਨਾਨਕਸ਼ਾਹੀ ਸੰਮਤ ਦੀ ਆਰੰਭਤਾ ਹੁੰਦੀ ਹੈ, 554 ਸੰਮਤ ਦੀ ਆਰੰਭਤਾ ਹੁੰਦੀ ਹੈ। ਸੋ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਵੀ ਵੇਖਣਾ ਹੈ ਕਿ ਧਾਰਮਿਕ ਤੌਰ ਦੇ ਉੱਤੇ ਜਿੱਥੇ ਅਸੀਂ ਕਾਰ ਵਿਹਾਰ ਕਰਦੇ ਹਾਂ, ਇਸ ਸਾਲ ਦੇ ਵਿੱਚ ਅਸੀਂ ਕੀ ਕਰਨਾ ਹੈ। ਕੋਸ਼ਿਸ਼ ਕਰੀਏ, ਜਿਹੜੀ ਸੰਗਤਾਂ ਸਹਿਜ ਪਾਠ ਕਰਦੀਆਂ ਨੇ ਧੰਨਵਾਦ ਹੈ, ਜੋ ਨਹੀਂ ਕਰਦੇ ਆਪਣਾ ਸਹਿਜ ਪਾਠ ਸਾਲ ਦੇ ਵਿੱਚ 6 ਮਹੀਨੇ ਦੇ ਵਿੱਚ ਜਿੰਨਾ ਵੀ ਸਮਾਂ ਘੱਟ ਤੋਂ ਘੱਟ ਲੱਗ ਸਕਦਾ ਹੈ, ਸਹਿਜ ਪਾਠ ਜ਼ਰੂਰ ਸ਼ੁਰੂ ਕਰੀਏ। ਔਰ ਨਾਲ ਹੀ ਬਾਣੀ ਨੂੰ ਸਮਝਿਆ ਕਰੀਏ, ਬਾਣੀ ਨੂੰ ਪੜ੍ਹਿਆ ਕਰੀਏ। ਇੱਕ ਸ਼ਬਦ, 2 ਸ਼ਬਦ, ਜਿੰਨੇ ਵੀ ਅਸੀਂ ਵਿਚਾਰ ਸਕਦੇ ਹਾਂ, ਉਹ ਇਸ ਸਾਲ ਦੇ ਵਿੱਚ ਆਪਣਾ ਟਾਰਗੇਟ ਬਣਾਈਏ, ਤਾਂ ਕਿ ਅਸੀਂ ਹੋਰ ਮਹਾਰਾਜ ਦੇ ਉਪਦੇਸ਼ ਦੇ ਨਾਲ ਹੋ ਸਕੀਏ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।